आ जाओ तलवीर जी, बह जाओ इधर नाल एक कुर्सी फसा लो जी। ਦਾ बहुत बहुत धन्यवाद जी, जी आया नूं। अज मेरी जिंदगी दा सियासी तौर ते परसनली एक बहुत वड्डी अनाउंसमेंट करने वास्ते मैं तुहानूं सारिआं नूं इत्थे याद कीता। जिस हलके ने हमेशा मेरे सिर ते, मेरे परिवार दे सिर ते अपना मेहर भरिया हथ रखिया, और जिस हलके ने हर चुनौती वेले, हर मुश्किल वेले मोढे नाल मोढा मिला के, कदम नाल कदम मिला के दास दे परिवार दी ते दास दी हौसला अफजाई कीती है। जे मजीठीए दी कोई बुकत है, कोई पहचान है, जे दास दे सिर ते पग दी शान नूं बरकरार रखिया तो इस मजीठे हलके दे मेरे बुजुर्गां ने, मेरिया मावां ने, नौजवान वीरां भरावां ने रखिया। और अज ये फैसला जो दास ऐलानन लग्या, मेरे लिए बहुत ही इमोशनल ते भावुक होने वाला यह जिहा एक जिंदगी च कई हालात बनते हैं, अपनिਆਂ ਨੂੰ कदे छड्डिया नहीं जा सकता। और खास तौर पर मजीठीए ਨੂੰ ਇਹ ਗੱਲ नहीं मेरे बुजुर्गों ने सिखाई कि जिन्हां ने हमेशा थोड़ी बांह फड़ के रखी होवे, उन्हां दी बांह तुसीं कदे मर जिओ, मिट जिओ, कट जिओ, मगर उन्हां दी बांह ना छड्डी। मगर सियासी जीवन च, जिंदगी च कई मोड़ इहो ਜਿਹੇ आउंदे आ जदों तुहानूं बहुत वड्डे फैसले लैणे पैंदे आ। चुक दो इहनूं परे कर दो, वो फोन भी चुक लो ने दोवें चुक दो। माइक वाइब्रेशन लेंदे आ, मैं तो ऑफलाइन चुक दे जोनी नु चुक ही दियो। कीता फोन है अज तो ऑफलाइन कीते सारे सारे पासे कर दो, बंद कर। मैं मेरे बंद ही है। आज मैं बंद कीते पहले। और जो फैसला दास ऐलानन लग्या, अज सारे मजीठे दे मेरे सज्जन जिन्हां ने मेरी हर लड़ाई च, चाहे वो 2007 दी सी, चाहे 2009 दी पार्लीमेंट दी नवजोत सिद्धू दी इलैक्शन सी, चाहे 2012 दी दास दी इलैक्शन सी, 2014 दी जेटली साहब दी इलैक्शन सी, 2017 दी दास दी इलैक्शन सी, या 2019 दी जदों इथों पुरी साहब लड़े सी, वो इलैक्शन सी। ये सारी इलैक्शनां च सारे तो नहीं पहुँच सके, क्योंकि छोटे समय च जिन्ना कि इत्थे पहुँच सके आ, जिन्हां ने उत्थों श्रोमणी अकाली दल ते दास दी
ਇੱਜ਼ਤ ਨੂੰ ਬਰਕਰਾਰ ਰੱਖਿਆ, ਯਕੀਨੀ ਬਣਾਇਆ। ਜੋ ਸਾਰੇ ਸੱਜਣ ਇੱਥੇ ਆਏ ਆ ਔਰ ਮੈਂ ਧੰਨਵਾਦੀ ਹਾਂ ਉਹਨਾਂ ਦਾ, ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਔਰ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਲੈਣ ਤੋਂ ਬਾਅਦ, ਕਿਉਂਕਿ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਜਿਸ ਦਿਨ ਪਾਰਟੀ ਨੇ ਮੈਨੂੰ ਅੰਮ੍ਰਿਤਸਰ ਪੂਰਬੀ 'ਚੋਂ ਐਲਾਨਿਆ, ਜਿੱਥੇ ਵੀ ਮੈਂ ਅੰਮ੍ਰਿਤਸਰ ਪੂਰਬੀ 'ਚ ਜਾਂਦਾ ਸੀ ਮੈਨੂੰ ਇੱਕ ਸਵਾਲ ਹੁੰਦਾ ਸੀ ਕਿ ਜਦ ਤੂੰ ਦੋਵੇਂ ਸੀਟਾਂ ਜਿੱਤ ਜਾਏਗਾ ਤੇ ਤੂੰ ਸੀਟ ਕਿਹੜੀ ਰੱਖੇਗਾ। ਔਰ ਕਿਤੇ ਨਾ ਕਿਤੇ ਮੇਰੇ ਮਨ ਤੇ ਉਹ ਗੱਲ ਅਸਰ ਕਰਦੀ ਸੀ ਕਿ ਯਾਰ ਜੇ ਅੱਜ ਹੀ ਝੂਠ ਬੋਲਾਂਗੇ, ਜੇ ਬੁਨਿਆਦ ਹੀ ਘਰ ਦੀ ਕਮਜ਼ੋਰ ਹੋਵੇ, ਨੀਆਂ ਹੀ ਕਮਜ਼ੋਰ ਹੋਣ, ਤੇ ਫਿਰ ਕਿਵੇਂ ਨਿਭ ਸਕਾਂਗੇ। ਔਰ ਜੋ ਵੱਡ ਵਡੇਰਿਆਂ ਨੇ, ਬਜ਼ੁਰਗਾਂ ਨੇ ਸਿਖਾਇਆ ਕਿ ਇਹ ਉਸ ਗੱਲ ਦੇ ਉਲਟ ਨਹੀਂ। ਇਸ ਲਈ ਮੈਂ ਇਹਨਾਂ ਸਾਰਿਆਂ ਨਾਲ ਪਿਛਲੇ ਕਈ ਦਿਨਾਂ 'ਚ ਮੀਟਿੰਗ ਕੀਤੀ ਆਪਦੇ ਸਾਥੀਆਂ ਨਾਲ, ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਬੜਾ ਔਖਾ ਫੈਸਲਾ ਲੈਣਾ ਪੈ ਰਿਹਾ, ਚੁਣੌਤੀ ਵਾਲਾ ਫੈਸਲਾ ਲੈਣਾ ਪੈ ਰਿਹਾ ਕਿ ਆਹ ਨਿਆਣਾ ਭਰਾ ਚੰਗਾ ਕਿ ਆਹ ਭਰਾ ਚੰਗਾ। ਭਰਾ ਦੋਵੇਂ ਚੰਗੇ ਨੇ, ਮਗਰ ਕਿਉਂਕਿ ਟੈਕਨੀਕਲ ਇੱਕ ਗੱਲ ਬਣ ਜਾਂਦੀ ਹੈ ਕਿ ਜਦ ਤੁਸੀਂ MLA 2 ਹਲਕਿਆਂ 'ਚੋਂ ਬਣ ਜਾਓ ਤੇ ਤੁਹਾਨੂੰ ਇੱਕ ਹਲਕਾ ਟੈਕਨੀਕਲੀ ਛੱਡਣਾ ਪੈਂਦਾ। ਇਸ ਲਈ ਇਹ ਫੈਸਲਾ ਮਜੀਠੇ ਦੇ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਦੋਵੇਂ ਹੱਥ ਜੋੜ ਕੇ ਉਹਨਾਂ ਦੀ ਇਜਾਜ਼ਤ ਲੈਣ ਤੋਂ ਮਗਰੋਂ, ਉਹਨਾਂ ਦਾ ਆਸ਼ੀਰਵਾਦ ਲੈਣ ਤੋਂ ਮਗਰੋਂ, ਉਹਨਾਂ ਦੀ ਥਾਪੀ ਲੈਣ ਤੋਂ ਮਗਰੋਂ ਅੱਜ ਦਾਸ ਇਹ ਅਨਾਉਂਸਮੈਂਟ ਕਰ ਰਿਹਾ ਕਿ ਮਜੀਠੇ ਹਲਕੇ 'ਚੋਂ ਮੇਰੀ ਧਰਮ ਪਤਨੀ ਗਨੀਵ ਕੌਰ ਜੀ ਉੱਥੋਂ ਇਲੈਕਸ਼ਨ ਲੜਨਗੇ ਔਰ ਦਾਸ ਅੰਮ੍ਰਿਤਸਰ ਈਸਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੂਰਬੀ ਹਲਕੇ ਤੋਂ ਇਲੈਕਸ਼ਨ ਲੜੂਗਾ। ਠੀਕ ਹੈ ਜੀ, ਇਹੀ ਫੈਸਲਾ। ਔਰ ਮੈਂ ਸਮਝਦਾ ਦਿਸ ਇਜ਼ ਫਰਜ਼ ਨੂੰ ਨਿਭਾਉਂਦਿਆਂ ਕਾਲ ਆਫ ਡਿਊਟੀ ਆ, ਕਿਉਂਕਿ ਜਿਹੜੇ ਸਵਾਲ ਕਰਦੇ ਸੀ ਮੇਰੇ ਸੱਜਣ ਮਿੱਤਰ ਕਿ ਜਦ ਤੈਨੂੰ ਦੋਵੇਂ ਸੀਟਾਂ ਜਿਤਾ ਦਿਆਂਗੇ ਤੂੰ ਕਿਹਦੇ ਨਾਲ ਖੜੇਗਾ, ਹੁਣ ਕੋਈ ਫਰਕ ਨਹੀਂ ਰਹਿ ਜਾਣਾ ਚਾਹੀਦਾ। ਖੜਾਂਗਾ ਮੈਂ ਦੋਵਾਂ ਨਾਲ, ਖੜਾਂਗਾ ਮੈਂ ਪੰਜਾਬ ਨਾਲ, ਖੜਾਂਗਾ ਮੈਂ ਮਾਝਾ ਮਾਲਵੇ ਦੁਆਬੇ ਨਾਲ, ਮਗਰ ਜ਼ਿੰਮੇਵਾਰੀ ਤੌਰ ਤੇ ਐਜ਼ MLA ਦੇ ਰੂਪ 'ਚ ਜੇ ਮੈਨੂੰ ਦਾਸ ਨੂੰ ਇਹ ਮਾਣ ਮਿਲਦਾ ਹੈ ਤੇ ਮੇਰੀ ਜ਼ਿੰਮੇਵਾਰੀ ਅੰਮ੍ਰਿਤਸਰ ਪੂਰਬੀ ਦੀ ਹੋਊਗੀ। ਔਰ ਮੇਰੀ ਧਰਮ ਪਤਨੀ ਜਿਹਦੇ ਲਈ ਆਪ ਇੱਕ ਬੜਾ ਵੱਡਾ ਫੈਸਲਾ ਸੀ, ਉਹਨੂੰ ਵਿਚਾਰੀ ਨੂੰ 2 ਦਿਨ ਪਹਿਲਾਂ ਤੱਕ ਤਾਂ ਪਤਾ ਹੀ ਨਹੀਂ ਸੀਗਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਸੀ। ਕਦੇ ਮੇਰੀ ਇਲੈਕਸ਼ਨਾਂ 'ਚ ਮੇਰੇ ਪੈਰੈਂਟਸ ਨੇ, ਮੇਰੀ ਵਾਈਫ ਨੇ ਹਮੇਸ਼ਾ ਅਰਦਾਸਾਂ ਬੇਨਤੀਆਂ ਤੱਕ ਤਾਂ ਕੀਤੀਆਂ ਨੇ, ਤੋਂ ਗਾਂ ਉਹਨਾਂ ਨੇ ਕਦੇ ਵੱਧ ਚੜ ਕੇ ਹਿੱਸਾ ਨਹੀਂ ਲਿਆ। ਮੇਰਾ ਸਾਰੇ ਰੋਲ ਇਹਨਾਂ ਨੇ ਨਿਭਾਏ ਆ ਜਿੰਨੇ ਸੱਜਣ ਮਿੱਤਰ ਬੈਠੇ। ਔਰ ਅੱਜ ਦਾਸ ਇਹ ਮਹਿਸੂਸ ਕਰ ਰਿਹਾ ਸੀ ਹੂ ਕੁਡ ਬੀ ਬੈਟਰ। ਦੇਖੋ ਹਸਬੈਂਡ ਵਾਈਫ ਦਾ, ਘਰ ਵਾਲੇ ਘਰ ਵਾਲੀ ਦਾ ਰਿਸ਼ਤਾ ਹੀ ਏਡਾ ਪਵਿੱਤਰ ਹੁੰਦਾ। ਔਰ ਜੇ ਉਸ ਇਨਸਾਨ ਨੂੰ ਮੈਂ ਜ਼ਿੰਮੇਵਾਰੀ ਦਿੱਤੀ ਹੈ ਜੋ ਇਨਸਾਨ ਮੇਰੇ ਬੱਚਿਆਂ ਦੀ ਪਰਵਰਿਸ਼ ਕਰ ਰਿਹਾ, ਸੋ ਉਹਨੂੰ ਇਹ ਵੱਡੀ ਜ਼ਿੰਮੇਵਾਰੀ ਕਿ ਉਸ ਹਲਕੇ ਦੀ ਸੇਵਾ ਤੁਸੀਂ ਕਰਨੀ ਹੈ। ਜਿਸ ਹਲਕੇ ਨੇ ਮੈਨੂੰ ਇਹ ਮਾਣ ਸਤਿਕਾਰ ਬਖਸ਼ਿਆ ਔਰ ਮੈਂ ਉਮੀਦ ਕਰਦਾ ਔਰ ਮੇਰਾ ਹਮੇਸ਼ਾ ਹੀ ਸਾਥ, ਇਹ ਨਹੀਂ ਕਿ ਕੋਈ ਇਹ ਸਮਝੇ ਕਿ ਅੱਜ ਮਜੀਠੇ ਨੂੰ ਛੱਡਤਾ, ਮਜੀਠੇ ਨੂੰ ਤਾਂ ਛੱਡ ਨਹੀਂ ਸਕਦੇ ਕਦੇ, ਜਿਵੇਂ ਪਰਿਵਾਰ ਨੂੰ ਤਾਂ ਕਦੇ ਛੱਡ ਨਹੀਂ ਸਕਦੇ, ਮਗਰ ਪਰਿਵਾਰ ਦੇ ਆਸ਼ੀਰਵਾਦ ਲੈ ਕੇ ਅੱਜ ਅੰਮ੍ਰਿਤਸਰ ਪੂਰਬੀ 'ਚ ਆਏ ਆ ਔਰ ਇਹੀ ਵਿਸ਼ਵਾਸ ਨਾਲ ਲੈ ਕੇ ਆਇਆ ਕਿ ਇਟਸ ਨਾਟ ਅਬਾਊਟ ਵਿਨਿੰਗ ਔਰ ਲੂਜ਼ਿੰਗ, ਇਟਸ ਅਬਾਊਟ ਡਿਊਟੀ। ਇਹ ਫਰਜ਼ ਦੀ ਅਦਾਇਗੀ ਬਾਰੇ ਗੱਲ ਹੈ ਔਰ ਇਹ ਉਸ ਹੰਕਾਰੀ ਬੰਦੇ ਦੇ ਖਿਲਾਫ ਹੈ ਜਿਹਨੂੰ ਪਿਆਰ ਕਰਨਾ ਸਿਖਾਉਣਾ, ਉਹਦੇ ਹੰਕਾਰ ਦੇ ਖਿਲਾਫ ਹੈ ਜਿਹਦੇ 'ਚੋਂ ਮੈਂ ਕੱਢਣੀ ਹੈ, ਉਸ ਹੰਕਾਰੀ ਦੇ ਖਿਲਾਫ ਹੈ ਜਿਹਨੂੰ ਲੋਕਾਂ ਦੀ ਇੱਜ਼ਤ ਕਰਨੀ ਸਿਖਾਉਣੀ ਹੈ। ਕੋਈ ਇਹਨੂੰ ਚੈਲੰਜ ਨਾ ਸਮਝ ਲਵੇ, ਕੋਈ ਇਹਨੂੰ ਮਿਸ ਰਿਪਰੈਜ਼ੈਂਟ ਨਾ ਕਰ ਜਾਏ ਜਾਂ ਮਿਸਰੀਡ ਨਾ ਕਰ ਜਾਏ। ਇਟ ਇਜ਼ ਅਬਾਊਟ ਦ ਡਿਊਟੀ।
ਔਰ ਡਿਊਟੀ ਨਿਭਾਉਣ ਵਾਸਤੇ ਮੈਂ ਇੱਥੇ ਆਇਆ, ਲੋਕਾਂ ਦੇ ਦਿਲ ਜਿੱਤਣ ਵਾਸਤੇ, ਲੋਕਾਂ ਦੇ ਇਹ ਵਿਸ਼ਵਾਸ ਦਿਵਾਉਣ ਵਾਸਤੇ ਕਿ ਜੋ ਤਰੱਕੀ ਮਜੀਠੇ 'ਚ ਲੈ ਕੇ ਆਏ ਸਾਂ ਜਾਂ ਜਦ ਮੌਕਾ ਮਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੋ ਸਰਕਾਰਾਂ ਸੀ ਉਸ ਵੇਲੇ ਜੋ ਤਰੱਕੀ ਹੋਈ ਸੀ, ਅੱਜ ਜੋ ਮੁੱਦੇ 18 ਸਾਲਾਂ ਬਾਅਦ ਵੀ ਜਿਸ ਇਨਸਾਨ ਦੇ ਪਰਿਵਾਰ ਨੂੰ, ਨਵਜੋਤ ਸਿੰਘ ਸਿੱਧੂ ਨੂੰ ਐਜ਼ MP ਦੇ ਰੂਪ 'ਚ, ਇੱਕ ਵਜ਼ੀਰ ਦੇ ਰੂਪ 'ਚ, ਇੱਕ MLA ਦੇ ਰੂਪ 'ਚ ਤਿੰਨੇ ਸਰਕਾਰਾਂ ਹਟਾਉਣ ਦਾ ਮੌਕਾ ਮਿਲਿਆ, ਮਗਰ ਅੱਜ ਵੀ ਮੁੱਦਾ ਟੁੱਟੀਆਂ ਸੜਕਾਂ, ਸੀਵਰੇਜ ਦਾ ਮਾੜਾ ਪ੍ਰਬੰਧ, ਪੀਣ ਵਾਲਾ ਪਾਣੀ ਨਹੀਂ ਪਹੁੰਚਣਾ, ਬਿਜਲੀ ਦੀਆਂ ਮੁਸ਼ਕਲਾਤਾਂ, ਡਿਵੈਲਪਮੈਂਟ, ਸੜਕਾਂ ਟੁੱਟੀਆਂ, ਜਿੰਨੇ ਵਾਅਦੇ ਸਨ ਮੈਂ ਅੱਜ ਨਹੀਂ ਯਾਦ ਕਰਾਉਣਾ, ਚਾਰਜ ਸ਼ੀਟ ਇੱਕ ਕੱਢਾਂਗੇ ਇਹਨਾਂ ਦੀ ਕਿ ਕਿੱਥੇ ਗਿਆ ਤੁਹਾਡਾ ਸਪੋਰਟਸ ਦਾ ਸਟੇਡੀਅਮ, ਕਿੰਨੀ ਵਾਰੀ ਨੀਂਹ ਪੱਥਰ ਰੱਖ ਕੇ ਲਾਉਣ ਤੇ, ਕਿੱਥੇ ਗਏ ਉਹ ROB, ਔਰ ਕਦੇ ਵੀ ਤੁਸੀਂ ਲੋਕਾਂ ਦੇ ਸੁੱਖ ਦੁੱਖ ਲਈ ਅਵੇਲੇਬਲ ਨਹੀਂ ਰਹੇ, ਘਰ ਦੇ ਦਰਵਾਜ਼ੇ ਬੰਦ, ਸਿਵਾਏ ਹੰਕਾਰ ਤੋਂ ਜੋ ਲੋਕਾਂ ਨੂੰ ਬਣਦਾ ਸਤਿਕਾਰ ਮਾਣ ਸੀ ਉਹ ਨਹੀਂ ਮਿਲਿਆ। ਇਸ ਲਈ ਅੱਜ ਇਸ ਹਲਕੇ ਦੀ ਪੂਰੀ ਸੇਵਾ ਤੇ ਉਤਰ ਆਏ ਆ ਤੇ ਮੈਂ ਤਾਂ ਸਿੱਧੂ ਸਾਹਿਬ ਬਾਰੇ ਇੱਕੋ ਗੱਲ ਕਹਿ ਸਕਦਾ, ਸਿੱਧੂ ਸਾਹਿਬ ਤੁਹਾਡਾ ਹੰਕਾਰ ਨੂੰ ਹਟਾਉਣਾ, ਤੁਹਾਨੂੰ ਪਿਆਰ ਕਰਨਾ ਸਿਖਾਉਣਾ, ਔਰ ਸਿੱਧੂ ਸਾਹਿਬ ਨੂੰ ਜਿਨ੍ਹਾਂ ਦੀ ਮੈਂ ਸਮਝਦਾ ਨਾ ਸੋਚ ਹੈ ਨਾ ਸੱਚਾਈ ਹੈ, ਬਸ ਆਉਂਦੀ ਆ ਲੜਾਈ ਹੈ, ਜਿਹਦੇ ਮਰਜ਼ੀ ਨਾਲ ਬਸ ਲੜਨ ਭਿੜਨ ਨੂੰ ਤਿਆਰ ਰਹਿੰਦੇ ਆ, ਉਹਨਾਂ ਨੂੰ ਥੋੜਾ ਬਹੁਤਾ ਪਿਆਰ ਕਰਨਾ ਵੀ ਸਿਖਾਵਾਂਗੇ, ਇੱਜ਼ਤ ਦੇਣਾ ਵੀ ਸਿਖਾਵਾਂਗੇ, ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿਖਾਵਾਂਗੇ, ਛੋਟਿਆਂ ਨੂੰ ਪਿਆਰ ਕਰਨਾ ਵੀ ਸਿਖਾਵਾਂਗੇ। ਇਸ ਲਈ ਇਲੈਕਸ਼ਨ ਮੈਂ ਸਮਝਦਾ ਰਿਜ਼ਲਟ ਤਾਂ ਜਿਹੜਾ ਆਉਣਾ ਲੋਕਾਂ ਨੇ ਫੈਸਲਾ ਕਰਨਾ, ਮਗਰ ਕਈਆਂ ਦੇ ਸੁਭਾਅ ਬਦਲਦੇ ਵਿਖਾਵਾਂਗੇ, ਲੋਕਾਂ ਦੇ ਜਿਨ੍ਹਾਂ ਲੋਕਾਂ ਨੂੰ ਪੁੱਛਦੇ ਨਹੀਂ ਸੀ ਨਾ ਉਹਨਾਂ ਨੂੰ ਪੁੱਛਦੇ ਵਿਖਾਵਾਂਗੇ, ਲੋਕਾਂ ਤੱਕ ਪਹੁੰਚਦੇ ਵਿਖਾਵਾਂਗੇ, ਜਿਹੜੇ ਹਵਾ 'ਚ ਫਿਰਦੇ ਸੀ ਧਰਤੀ ਤੇ ਚੱਲਣਾ ਵੀ ਸਿਖਾਵਾਂਗੇ। ਕੋਈ ਸਵਾਲ ਜੀ ਤੁਹਾਡੇ? सिद्धू ने सर जब नॉमिनेशन फाइल की थी तो उन्होंने ये कहा था कि अगर हिम्मत है तो मजीठिया एक तरह की चुनौती दी थी, तो क्या आप समझते हैं कि ये करारा जवाब देने के लिए आपने ये फैसला लिया है नवजोत सिद्धू को? ਇੱਕ ਮੈਂ ਗੱਲ ਦੱਸ ਦਿਆਂ ਜੀ, ਮੇਰੀ ਜ਼ਿੰਦਗੀ 'ਚ what ਨਵਜੋਤ ਸਿੱਧੂ says or doesn't say has no meaning। ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ, ਜਦ ਮੈਂ ਹਲਕੇ 'ਚ ਜਾਂਦਾ ਸੀ ਕਈ ਬਜ਼ੁਰਗਾਂ ਨੇ ਜਦ ਮੇਰੇ ਤੇ ਆਪ ਦਾ ਪਿਆਰ ਭਰਿਆ ਹੱਥ ਰੱਖਿਆ, ਮਾਤਾਵਾਂ ਨੇ ਰੱਖਿਆ, ਮੈਨੂੰ ਇੱਕ ਗੱਲ ਕਹੀ ਕਿ ਅੱਜ ਵਾਅਦਾ ਕਰ ਹਲਕਾ ਨਹੀਂ ਛੱਡੇਗਾ, ਔਰ ਮੈਨੂੰ ਨਾ ਇਹ ਮਹਿਸੂਸ ਹੁੰਦਾ ਸੀਗਾ ਕਿ ਯਾਰ 2 ਹਲਕਿਆਂ 'ਚ ਤਾਂ ਮੈਂ MLA ਰਹਿ ਨਹੀਂ ਸਕਦਾ, ਰਹਿਣਾ ਤਾਂ ਮੈਂ ਇੱਕ 'ਚੋਂ ਹੀ ਆ, ਔਰ ਕਈ ਬੜੇ ਕੈਲਕੂਲੇਟਡਲੀ ਚੱਲਦੇ ਆ ਕਿ ਯਾਰ ਸੇਫ ਬੈਟ ਕਿਹੜੀ ਆ। ਸੇਫ ਬੈਟ ਤਾਂ ਜਿਸ ਹਲਕੇ ਨੇ ਹਮੇਸ਼ਾ ਮੈਨੂੰ ਮਾਣ ਬਖਸ਼ਿਆ ਉਹਨਾਂ ਨੇ ਤਾਂ ਮੈਨੂੰ ਪੂਰੀ ਆਸ ਹੈ ਕਿ ਐਤਕੀ ਵੀ ਇੱਕ ਤਰਫਾ ਫੈਸਲਾ ਸੁਣਾ ਦੇਣਾ ਸੀ, ਬਟ ਇਟ ਇਜ਼ ਨਾਟ ਅਬਾਊਟ ਮਾਈ ਕੰਫਰਟ ਲੈਵਲ, ਇਟ ਇਜ਼ ਨਾਟ ਅਬਾਊਟ ਮਾਈ ਸੇਫਟੀ, ਇਟ ਇਜ਼ ਅਬਾਊਟ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੂਰਬੀ ਹਲਕੇ ਦੇ ਵਿਕਾਸ ਦੀ ਗੱਲ ਹੈ, ਉਸ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਹੈ, ਉਸ ਹਲਕੇ 'ਚ ਇੱਕ ਬੰਦੇ ਦੇ ਹੰਕਾਰ ਨੂੰ ਭੰਨਣ ਦੀ ਗੱਲ ਹੈ, ਉਸ ਬੰਦੇ ਦੀ ਗੱਲ ਹੈ ਜੋ ਬੰਦਾ ਆਪ ਦੇ 18 ਸਾਲ ਲੋਕਾਂ ਨੂੰ ਝੂਠ ਦਾ ਮਾਡਲ ਪੇਸ਼ ਕੀਤਾ, ਚੀਟ ਦਾ ਮਾਡਲ ਪੇਸ਼ ਕੀਤਾ, ਫਰੇਬ ਦਾ ਮਾਡਲ ਪੇਸ਼ ਕੀਤਾ, ਔਰ ਮਾਡਲ ਆਈ ਵਾਰੀ ਜਦੋਂ ਚੋਣਾਂ ਆਉਂਦੀਆਂ ਦਸੰਬਰ ਦੇ ਮਹੀਨੇ 'ਚ ਨਿਕਲਦਾ ਤੇ ਮਾਰਚ ਦੇ ਮਹੀਨੇ 'ਚ ਗਵਾਚ ਜਾਂਦਾ, ਉਸ ਬੰਦੇ ਨੂੰ ਸਿਖਾਉਣ ਦੀ ਵਾਰੀ ਹੈ। ਜਿਹੜਾ ਤੁਸੀਂ ਅੱਜ ਪਹਿਲੀ ਵਾਰੀ ਤੁਹਾਨੂੰ ਦੇਖਿਆ ਇਮੋਸ਼ਨਲ ਹੁੰਦਿਆਂ, ਬਹੁਤ ਮਜ਼ਬੂਤ ਲੀਡਰ ਹੋ ਤੁਸੀਂ, ਬੜਾ ਔਖਾ ਫੈਸਲਾ ਤੇ ਜਿਹੜਾ ਤੁਸੀਂ ਦੱਸਿਆ ਕੀਤਾ, ਪਰ ਮਜੀਠੀਆ ਸਾਹਿਬ ਇੱਥੇ ਕਿੰਨਾ ਕੁ ਜ਼ਰੂਰੀ ਤੁਸੀਂ ਇਹ ਸਮਝਦੇ ਕਿ ਇੱਥੇ ਇਲੈਕਸ਼ਨ ਇਸ ਤਰ੍ਹਾਂ ਹੱਸਣਾ ਵਿਖਾਵਾਂਗੇ, ਇਸ ਤਰ੍ਹਾਂ ਹੱਸਣਾ ਸਿਖਾਵਾਂਗੇ, ਇਸ ਤਰ੍ਹਾਂ ਹੱਸਣਾ ਸਿਖਾਵਾਂਗੇ, ਇਸ ਤਰ੍ਹਾਂ ਹੱਸਿਆ ਕਰੂਗਾ। ਆਪਣਾ ਕੈਰੀਅਰ ਹੀ ਦਾਅ ਤੇ ਇਸ ਤੋਂ ਬਾਅਦ ਇੱਕ ਡਿਪਰੈਸ਼ਨ 'ਚ ਚਲੇ ਗਏ, ਕੀ ਗੱਲ ਹੱਸੇ ਕਿਉਂ ਨਹੀਂ? ਜਦੋਂ ਦਾ ਮੈਨੂੰ ਛੱਡਿਆ ਮੈਨੂੰ ਲੱਗਦਾ ਚਲੇ ਗਿਆ ਡਿਪਰੈਸ਼ਨ। ਮੇਰਾ ਸਵਾਲ ਇਹ ਹੈ ਕਿ ਇਹ ਲੜਾਈ ਬਹੁਤ ਵੱਡੀ ਹੋ ਚੁੱਕੀ ਆ, ਪੂਰੀ ਦੁਨੀਆ ਦੀ ਨਜ਼ਰ ਇਸ ਲੜਾਈ ਤੇ ਹੈ, ਪਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਦੋਵਾਂ ਦੇ ਪੋਲੀਟੀਕਲ ਕੈਰੀਅਰ ਵੀ ਦਾਅ ਤੇ ਲੱਗੇ ਰਹੇ ਤਾਂ ਬਹੁਤ ਵੱਡਾ ਇੱਕ ਚੈਲੰਜ ਵੀ ਹੈ। ਉਹ ਫੇਰ ਉਹੋ ਜੀਆਂ ਗੱਲਾਂ ਤੇਰੀਆਂ ਭਰਾ, ਦਾ ਪੇਚ ਇਹ ਖੇਡਦੇ ਆ ਸਿੱਧੂ ਵਰਗੇ,
ਅਸੀਂ ਚੱਲਦੇ ਰੱਬ ਦੇ ਇਸ਼ਾਰੇ ਤੇ, ਦਿਲੋਂ ਚੱਲਦੇ ਆ ਦਿਲ ਦੀ ਗੱਲ ਹੈ। ਦਿਲ ਨੇ ਆਵਾਜ਼ ਦਿੱਤੀ ਕਿ ਭਾਊ ਜੇ ਤੈਨੂੰ ਇਹ ਮਾਣ ਬਖਸ਼ਦੇ ਆ ਤੂੰ ਇਹਨਾਂ ਨਾਲ ਧੋਖਾ ਕਰੇਗਾ ਨਹੀਂ। ਕੀ ਮੈਂ ਇਹਨਾਂ ਨਾਲ ਧੋਖਾ ਕਰ ਸਕਦਾ ਸੀ ਜਿਨ੍ਹਾਂ ਨੇ ਮੇਰੇ ਸਿਰ ਤੇ ਪੱਗ ਰੱਖੀ? ਨਹੀਂ। ਤੇ ਗੱਲ ਦਿਲ ਦੀ ਆਵਾਜ਼ ਨੂੰ ਸੁਣੀ ਆ ਔਰ ਦਿਲ ਕਹਿੰਦਾ ਸੀ ਜੋ ਕੁਛ ਹੈ ਹੁਣ ਇਹਨਾਂ ਦੀ ਸੇਵਾ ਤੇ ਹਾਜ਼ਰ। ਮੈਂ ਕਹਿੰਦਾ ਜੀ ਮੈਨੂੰ ਪੀਐਮ ਨਾਲ ਲੜਾ ਦਿਓ। ਨਹੀਂ ਸੀਐਮ ਦੀ ਦੌਲਤ ਨੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਜਿਹੜਾ ਕੈਰੀਅਰ ਹੈ ਉਹ ਵੀ ਖਰਾਬ ਹੋ ਜਾਏਗਾ, ਸਾਰੀ ਜ਼ਿੰਦਗੀ ਦਾ ਸਿਆਸੀ ਕੈਰੀਅਰ ਦਾ ਖਤਮ ਹੋ ਜਾਏਗਾ? ਦੇਖੋ ਜੇ ਉਹਨੂੰ ਮੇਰੇ ਕਰਕੇ ਭਾਵੇਂ ਕੁਝ ਮਿਲ ਜਾ, ਹੁਣ ਉਹਨੇ ਪਿੱਟਣਾ ਜਾ ਕੇ ਮੈਨੂੰ ਪਤਾ ਆਪਦੇ ਵੀਰ ਦੇ ਬਾਰੇ। ਹੁਣ ਦਿੱਲੀ ਜਾਊ, ਹਾਂ ਮੈਂ ਦੱਸ ਦਿੰਦਾ, ਮੈਨੂੰ ਅੱਜ ਮੈਂ ਬਾਲੀਆਂ ਨਹੀਂ ਨਾ ਖੋਲਣਾ ਚਾਹੁੰਦਾ, ਫਿਰ ਕੱਲ ਵੀ ਦੱਸਣੀਆਂ ਪੈਂਦੀਆਂ ਤੁਹਾਨੂੰ ਮੈਨੂੰ। ਉਹਨੇ ਹੁਣ ਦਿੱਲੀ ਜਾਣਾ ਇਸ ਤੋਂ ਬਾਅਦ। ਵੇਖੋ ਜੀ ਮੇਰੀ ਤਾਂ ਐਡੀ ਲੜਾਈ ਹੋ ਗਈ ਜੀ ਤੇ ਮੈਨੂੰ ਸਵੇਰੇ ਲਾਨੋ। ਉਹਨੇ ਮਤਲਬ ਗੱਲ 'ਚ ਗੂਠ ਦੇ ਦੇਣਾ ਸੋਨੀਆ ਗਾਂਧੀ ਦੇ, ਪ੍ਰਿयंका ਗਾਂਧੀ ਦੇ, ਰਾਹੁਲ ਗਾਂਧੀ ਕੇ। ਇਸੇ ਬਹਾਨੇ ਮੈਂ ਕਿੱਥੇ ਲੈ ਡਿੱਗਾ। ਚਲੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਜੇ ਮੇਰੇ ਬਹਾਨੇ ਉਹਨੂੰ ਬਣਦੀ ਜਿਹੜਾ ਉਹਦਾ ਚਿਹਰਾ ਉਹ ਚਿਹਰਾ ਹੀ ਬਣ ਸਕਦਾ, ਕੁਰਸੀ ਫੇਰ ਨਹੀਂ ਲੱਭਣੀ। ਫਿਰ ਮੇਰਾ ਸਾਥ ਤਾਂ ਮਿਲੂ, ਮੇਰਾ ਪਿਆਰ ਤਾਂ ਮਿਲੂ, ਹੱਸਣਾ ਤਾਂ ਸਿਖਾਊ, ਪਿਆਰ ਕਰਨਾ ਤਾਂ ਸਿਖਾਊ। ਵੈਸੇ ਜ਼ਰੂਰੀ ਚੋਣਾਂ ਨਾਲ ਲੜ ਕੇ ਉਹਦਾ ਵੀ ਉਹਨਾਂ ਨੂੰ ਬੁਲਾ ਕੇ ਸਮਝਾ ਸਕਦੇ ਸੀ ਤੁਸੀਂ। ਹਾਂਜੀ ਇਹਨੇ ਰੋਲ ਨਹੀਂ ਲਾ ਗਈ ਤੁਹਾਡਾ ਇਹਨੇ ਆਪ। ਭਰਾਵਾ ਮੈਂ ਗੱਲ ਦੱਸਾਂ, ਇਹ ਮੇਰੀ ਮਰਜ਼ੀ ਨਹੀਂ ਸੀ ਪਾਰਟੀ ਦਾ। ਮੈਂ ਤਾਂ ਤੁਸੀਂ ਗੱਲ ਵੇਖੋ ਆ ਕੱਲ ਦੀ ਗੱਲ ਮੈਂ ਤੁਹਾਨੂੰ, ਤੁਸੀਂ ਤਾਂ ਅਸਲ 'ਚ ਤੁਸੀਂ ਮੇਰੀ ਸਥਿਤੀ 'ਚ ਨਹੀਂ, ਤੁਸੀਂ ਮੇਰੀ ਭਾਵਨਾ ਨਹੀਂ ਸਮਝ ਸਕਦੇ, ਨਹੀਂ ਸਮਝ ਸਕਦਾ ਮੇਰਾ ਵੀ। ਤੇਰੇ ਤੇ ਪਰਚਾ ਹੋਇਆ ਹੀ ਨਹੀਂ ਜਿਹੜਾ ਮੇਰੇ ਤੇ ਹੋਇਆ। ਤੇਰੇ ਤੇ ਮਕੋਕਾ, ਟਾਡਾ, ਯੂਆਪਾ ਵਰਗੀਆਂ ਧਾਰਾਂ ਲੱਗੀਆਂ ਹੋਣ ਨਾ, ਉਹ ਧਾਰਾ ਲੱਗੀ ਹੈ ਮੇਰੇ ਤੇ ਜਿੱਤੇ ਬੇਲ ਨਹੀਂ ਹੋ ਸਕਦੀ ਸੀ ਔਰ ਸਾਜ਼ਿਸ਼ ਤਹਿਤ ਲਾਈ ਗਈ। ਸਿਰਫ ਇਸ ਲਈ ਲਾਈ ਗਈ ਕਿ ਮਜੀਠੀਆ ਚੋਣ ਨਾ ਲੜ ਸਕੇ। ਤੇ ਜਦ ਮੈਨੂੰ ਰੱਬ ਨੇ ਉੱਥੇ ਬਾਂਹ ਫੜ ਕੇ ਮੈਨੂੰ ਉੱਥੋਂ ਕੱਢ ਕੇ ਲੈ ਆਏ ਤੇ ਹੁਣ ਪ੍ਰਮਾਤਮਾ ਜੇ ਗੁਰੂ ਦੀ ਸੰਗਤ ਮੇਰੀ ਹੁਣ ਨਹੀਂ ਬਾਂਹ ਫੜੂ। ਆ ਸੁਪਰੀਮ ਕੋਰਟ ਦਾ ਲੇਟੈਸਟ ਆਰਡਰ ਕੱਲ ਕੀ ਕਹਿੰਦਾ, ਮੈਂ 2-3 ਲਾਈਨਾਂ ਪੜ੍ਹ ਦਿਆਂ। ਸਡਨ ਕ੍ਰਿਮੀਨਲ ਕੇਸਿਸ ਬਿਫੋਰ ਇਲੈਕਸ਼ਨਸ ਸੀਮਸ ਮੋਟੀਵੇਟਡ, ਸੁਪਰੀਮ ਕੋਰਟ ਕਹਿੰਦਾ, ਆਨਰੇਬਲ ਸੁਪਰੀਮ ਕੋਰਟ ਕਹਿੰਦੇ। फिर अगे की कहते ड्यूरिंग द हियरिंग द बेंच एक्सप्रेस कंसर्न्स अबाउट द ट्रेंड ऑफ क्रिमिनल केसेस being filed against political opponents ahead of elections. Sorry, this is in inverted commas. अंग्रेजी च मैं तां पढ़ा क्योंकि चीफ जस्टिस ऑफ इंडिया साहब ने ये गल्लां, रमन्ना साहब ने, ऑनरेबल जज साहब ने ये जिस तरह कही ने, inverted commas, sorry to say this. Suddenly these cases are coming up before elections and everybody has reasons to suspect some motives, inverted commas close. और अगे जाके कहते हैं we are a democracy, we are in a democracy, at least allow the candidates to file nomination and contest elections. Mr. Chidambaram, please advise your state that it does not look like you are taking it does not look like you are taking motivated actions, the CGI said. और बड़ा क्लियर है ਜਿਹੜੀ ਧਾਰਾ 137 ਮੇਰੇ ਤੇ ਲਾਈ ਹੈ ਉਹਦੀ ਪ੍ਰੀ ਅਰੈਸਟ ਬੇਲ ਨਹੀਂ ਮਿਲ ਸਕਦੀ। 95% ਲੋਕ, ਰਿਕਾਰਡ ਕੱਢ ਲਓ, 90-95% ਲੋਕ ਯੂਆਪਾ 'ਚ, ਟਾਡਾ 'ਚ ਬਰੀ ਹੋ ਜਾਂਦੇ ਆ, ਮਗਰ ਇੱਕ ਵਾਰੀ ਬੇਲ ਨਹੀਂ ਮਿਲਦੀ। ਤੇ ਜਦ ਰੱਬ ਨੇ ਮੇਰੀ ਉੱਥੇ ਬਾਂਹ ਫੜ ਲਈ, ਗੁਰੂ ਦੀਆਂ ਅਰਦਾਸ, ਗੁਰੂ ਦੇ ਚਰਨਾਂ 'ਚ ਜੋ ਸੰਗਤ ਦੀਆਂ ਅਰਦਾਸਾਂ ਸੀ ਉਦੋਂ ਸੁਣੀਆਂ ਗਈਆਂ, ਤੇ ਰੱਬ ਮੇਰੀ ਹੁਣ ਨਾ ਬਾਂਹ ਫੜੂ ਜਾਂ ਗੁਰੂ ਦੀ ਸੰਗਤ ਹੁਣ ਦੁਆਵਾਂ ਨਾ ਦਊ। ਇਸ ਲਈ ਨਾ ਮੇਰਾ ਵੀਰ, ਮੈਂ ਦਿਲ ਜਿੱਤਣ ਆਇਆ। ਚੋਣ ਜਿੱਤਣਾ ਇਹ ਲੋਕਾਂ ਦਾ ਫੈਸਲਾ, ਦਿਲ ਜਿੱਤ ਕੇ ਨਿਕਲੂ ਔਰ ਰੱਬ ਸੁੱਖ ਰੱਖੇ, ਗੁਰੂ ਬਖਸ਼ਿਸ਼ ਰੱਖੇ, ਦਿਲ ਵੀ ਜਿੱਤ ਕੇ ਨਿਕਲੂ ਤੇ ਚੋਣ ਵੀ ਜਿੱਤ ਕੇ ਨਿਕਲੂ। ਮਾਣ ਹੈ ਮੈਨੂੰ ਆਪਣੇ ਲੋਕਾਂ ਤੇ, ਲੋਕਾਂ ਦੇ ਮਾਣ ਕਰਕੇ ਲੋਕਾਂ ਦੀ ਸੇਵਾ ਕਰਦਾ, ਲੋਕਾਂ ਦਾ ਪਿਆਰ ਲੈ ਕੇ ਲੋਕਾਂ ਦੀ ਸੇਵਾ ਕਰਦਾ। ਹਾਂਜੀ, ਹੰਕਾਰ ਸ਼ਬਦ ਵਰਤਦੇ ਹੋ, ਮਾਣ ਤੇ ਹੰਕਾਰ ਦੇ ਵਿੱਚ ਫਾਸਲਾ ਕੀ ਸਮਝਦੇ ਤੁਸੀਂ? ਹੰਕਾਰ ਬਹੁਤ ਖਤਰਨਾਕ ਹੈ। ਸੱਜਣ ਤੇ ਮਾਣ ਹੋਣਾ, ਆਪਦੇ ਯਾਰਾਂ, ਮਿੱਤਰਾਂ, ਦੋਸਤਾਂ ਤੇ ਭਰਾਵਾਂ ਤੇ
ਬਜ਼ੁਰਗਾਂ ਦੇ ਆਸ਼ੀਰਵਾਦ ਤੇ ਮਾਣ ਹੋਣਾ, ਮਾਵਾਂ ਦੀ ਦੁਆਵਾਂ ਤੇ ਮਾਣ ਹੋਣਾ ਬਹੁਤ ਵੱਖਰੀ ਗੱਲ ਹੈ। ਮੈਨੂੰ ਮਾਣ ਇਸ ਕੇਸ ਤੋਂ ਬਾਅਦ ਔਰ ਮੈਨੂੰ ਵਿਸ਼ਵਾਸ ਵੀ ਆ। ਇੱਕ ਚਰਚਾ ਵੀ ਹੈ ਕਿ ਮੈਨੂੰ ਕੋਈ, ਤੁਸੀਂ ਸਮਝਦੇ ਹੋ ਨਾ, ਕਈ ਮੇਰੀ ਜਗ੍ਹਾ ਸ਼ਾਇਦ ਕੋਈ ਹੋਰ ਕੈਲਕੂਲੇਟਡ ਪੋਲੀਟੀਸ਼ੀਅਨ ਹੁੰਦਾ, ਉਹ ਐਡਾ ਪੰਗਾ ਨਾ ਲੈਂਦਾ। ਉਹ ਕੈਲਕੂਲੇਸ਼ਨ ਹੀ ਮਾਰ ਦਿੰਦੀ। ਆਪਾਂ ਨੂੰ ਕੈਲਕੂਲੇਸ਼ਨ ਆਉਂਦੀ ਕੋਈ ਨਹੀਂ। ਆਰ ਜਾਂ ਪਾਰ, ਹੁਣ ਪਾਰ ਵਾਲੀ ਲੜਾਈ ਲੜ ਕੇ ਨਿਕਲਾਂਗੇ। ਹਾਂਜੀ ਬਿਲਕੁਲ, ਮੈਂ ਉਹ ਰਿਪੀਟ ਨਹੀਂ ਕਰਨਾ ਚਾਹੁੰਦਾ ਸੀ। ਅਸਲੀ ਹਾਲਾਤ ਤੂੰ ਮੇਰੇ ਦੱਸਦੇ। ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ। ਡੋਰਾ ਰੱਬ ਦੇ ਹੱਥ 'ਚ, ਡੋਰਾ ਲੋਕਾਂ ਦੇ ਹੱਥ 'ਚ। ਔਰ ਮੈਂ ਸਮਝਦਾ ਉਹਨਾਂ ਸਾਰੀਆਂ ਮਾਵਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਮੇਰਾ ਹੱਥ ਘੁੱਟ ਕੇ ਜਾਂ ਮੇਰੇ ਤੇ ਸਿਰ ਤੇ ਹੱਥ ਰੱਖ ਕੇ ਇਹ ਗੱਲ ਕਹੀ ਕਿ ਸਾਡਾ ਹਲਕਾ ਨਾ ਛੱਡੀ। ਆ ਗਿਆ ਮਜੀਠੀਆ, ਮਜੀਠੀਆ ਤੁਹਾਡਾ ਹਲਕਾ ਨਹੀਂ ਛੱਡਦਾ, ਤੁਸੀਂ ਮਜੀਠੀਆ ਇਹਨੂੰ ਨਾ ਛੱਡਿਓ, ਨਿਭਾ ਦਿਆਂਗੇ। ਔਰ ਮਾਣ ਹੋਊਗਾ ਕਿ ਅਸੀਂ ਵਕੀਲ ਵਧੀਆ ਲੱਭ ਕੇ ਲਿਆਏ। ਆ ਮਜੀਠੇ ਵਾਲੇ ਮੈਂ ਤਾਂ ਸੱਜਣਾ ਨੂੰ ਛੋਟੇ ਜਿਹੇ ਮੌਕੇ 'ਚ ਸੱਦਿਆ ਕਿ ਇਹ ਮੇਰੀ ਗਰੰਟੀ ਨੇ। ਇੱਕ ਬਾੜੀ ਹੁੰਦੀ ਨਾ ਵਾਰੰਟੀ, ਸਿੱਧੂ ਸਾਹਿਬ ਦੀ ਤਾਂ ਕੋਈ ਵਾਰੰਟੀ ਨਹੀਂ। ਕੌਣ ਦਊਗਾ? ਭਾਜਪਾ ਦਊ ਜਾਂ ਗਾਂਧੀ ਸਾਹਿਬ, ਗਾਂਧੀ ਪਰਿਵਾਰ ਦਊ, ਉਹ ਤਾਂ ਕਹੀ ਨਹੀਂ ਕੋਈ ਵਾਰੰਟੀ। ਇਹ ਮੇਰੀ ਤਾਂ ਗਰੰਟੀ ਤੇ ਵਾਰੰਟੀ ਲੈ ਕੇ ਆਇਆ ਕਿ ਸਾਨੂੰ ਇਹ ਗਰੰਟੀ ਵਾਰੰਟੀ ਦੇਣਗੇ ਕਿ ਵਾਕਈ ਇਹ ਨਿਭਣ ਵਾਲਾ ਹੈ ਕਿ ਨਹੀਂ ਹੈ। ਹਾਂਜੀ ਚੰਨੀ ਨੂੰ ਵੀ ਕੋਈ ਸਲਾਹ ਦੋਗੇ? ਉਹ ਵੀ 2 ਹਲਕਿਆਂ ਤੋਂ ਚੋਣ ਲੜਦੇ ਨੇ। ਦੇਖੋ, ਚੰਨੀ ਸਾਹਿਬ ਨੂੰ ਰੱਬ ਤੇ ਭਰੋਸਾ ਨਹੀਂ, ਪਹਿਲੀ ਗੱਲ। ਔਰ ਚੰਨੀ ਸਾਹਿਬ ਨੂੰ ਮੈਨੂੰ ਲੱਗਦਾ ਚਮਕੌਰ ਸਾਹਿਬ ਦੇ ਲੋਕਾਂ ਤੇ ਵੀ ਭਰੋਸਾ ਨਹੀਂ ਰਿਹਾ। ਮੈਨੂੰ ਤਾਂ ਰੱਬ ਤੇ ਪੂਰਨ ਭਰੋਸਾ, ਤੇ ਮਜੀਠੇ ਦੇ ਲੋਕਾਂ ਤੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦੇ ਪੂਰਨ ਭਰੋਸਾ। ਮੈਨੂੰ ਪਤਾ। ਦੇਖੋ, ਇੱਕ ਇਹ ਨਾ ਸਮਝਿਓ ਕਿ ਕਿਤੇ ਮਜੀਠੀਆ ਨੂੰ ਸਮਝ ਕੋਈ ਨਹੀਂ। ਮੈਨੂੰ ਇਹ ਗੱਲ ਦੀ ਪੂਰੀ ਸਮਝ ਆ। ਕੋਈ ਵੀ ਆਪ ਦਾ ਜਿੱਤਿਆ ਹੋਇਆ ਇਲਾਕਾ, ਜਿਸ ਇਲਾਕੇ ਨੇ ਐਡਾ ਵੱਡਾ ਮਹਾਨ, ਮਤਲਬ ਕੇਜਰੀਵਾਲ ਸਾਹਿਬ ਨੇ ਢਿੱਲ ਦਾ ਜ਼ੋਰ ਲਾ ਕੇ ਵੇਖ ਲਿਆ, ਉਹਨਾਂ ਦੀ ਜ਼ਮਾਨਤਾਂ ਇਹਨਾਂ ਨੇ ਜ਼ਬਤ ਕਰਾਤੀ। ਰਾਹੁਲ ਗਾਂਧੀ ਨੇ ਢਿੱਲ ਦਾ ਜ਼ੋਰ ਲਾ ਕੇ ਵੇਖ ਲਿਆ, ਉਹਨਾਂ ਦੀ ਹੁਣ ਅੱਧੀ ਕਾਂਗਰਸ ਤੇ ਭਾਜੀ ਖੇਰੂ ਖੇਰੂ ਸੱਜੇ ਖੱਬੇ ਹੋ ਗਈ। ਮਗਰ ਉਹ ਇਲਾਕਾ ਜਿਹਨੇ, ਮੈਨੂੰ ਪਤਾ ਸੀ, ਮੈਨੂੰ ਵਿਸ਼ਵਾਸ ਸੀ, ਮੈਂ ਰੱਬ ਤੋਂ ਡਰ ਕੇ ਗੱਲ ਕਹਿਣਾ ਕਿ ਵਿਸ਼ਵਾਸ ਸੀ ਕਿ ਉਹਨਾਂ ਨੇ ਫੇਰ ਮੇਰੇ ਤੇ ਮਿਹਰਬਾਨੀ ਕਰਨੀ ਸੀ। ਮਗਰ ਉਹ ਵੀ ਇਸ ਗੱਲ ਤੇ ਹੈ ਕਿ ਜਿੰਨੀ ਮਾੜੀ ਤੇਰੇ ਨਾਲ ਇਸ ਬੰਦੇ ਨੇ ਕੀਤੀ ਹੈ, ਜੋ ਧੱਕਾ, ਇਹ ਧੱਕੇ ਦੀ ਗੱਲ ਕਰਦਾ ਨਾ, ਇਹ ਤੋਂ ਵੱਡਾ ਧੱਕਾ ਕੀ ਹੈ ਕਿ 18 ਦਿਨ ਦਾ ਤੁਸੀਂ ਡੀਜੀਪੀ ਲਾਓ, ਜਿਹੜਾ ਡੀਜੀਪੀ ਸੁਪਰੀਮ ਕੋਰਟ ਨੇ ਅਨਫਿਟ ਮੰਨਿਆ ਹੋਵੇ, ਜਿਸ ਡੀਜੀਪੀ ਨੂੰ ਯੂਪੀਐਸਸੀ ਨੇ ਅਨਫਿਟ ਮੰਨਿਆ ਹੋਵੇ, ਔਰ ਜਿਹਦੇ ਬਾਰੇ ਹੁਣ ਫੇਰ ਸੁਪਰੀਮ ਕੋਰਟ ਨੇ ਇੱਕ ਤਰੀਕੇ ਨਾਲ ਉਹਦੀ ਡੀਜੀਪੀ ਦੀ ਕਾਰਗੁਜ਼ਾਰੀ ਤੇ ਟਿੱਪਣੀ ਕੀਤੀ। ਕੋਈ ਪਰਚਾ ਹੋਇਆ ਕਿਵੇਂ? ਥਾਣੇ 'ਚ ਨਹੀਂ ਹੋਇਆ, ਡੀਜੀਪੀ ਨੇ ਦਫ਼ਤਰ ਸੱਦ ਕੇ ਹੋਇਆ ਹੁਣ ਡੀਜੀਪੀ ਇੰਸਟਰਕਸ਼ਨ। ਔਰ ਥਾਣਾ ਵੀ ਨਵਾਂ ਬਣਾਇਆ ਗਿਆ ਵਾ, 3 ਡੀਜੀਪੀ ਬਦਲ ਕੇ ਹੋਏ। ਔਰ ਖੋਇਆ ਕਿਹਦੇ ਆਖੇ ਤੇ? ਇਹਦੇ ਤੇ ਕੋਈ ਦੋ ਰਾਵਾਂ ਨਹੀਂ। ਚੱਟੋਪਾਧਿਆ ਕਿਹਦੀ ਦੇਣ? ਠੁਕਤਾਲੀ ਸਾਹਿਬ ਤਾਂ ਆਪ, ਸਿੱਧੂ ਸਾਹਿਬ ਕਹਿੰਦੇ ਮੇਰਾ, ਉਹ 2 ਬੰਦਿਆਂ ਨੂੰ ਕਲੇਮ ਕਰਦੇ, ਚੰਨੀ ਸਾਹਿਬ ਨੂੰ ਨਹੀਂ ਕਰਦੇ, ਗੱਲ ਵੱਖਰੀ ਆ। ਮਗਰ 2 ਬੰਦਿਆਂ ਨੂੰ ਤਾਂ ਕਲੇਮ ਕਰਦੇ ਨਾ ਕਿ ਚੱਟੋਪਾਧਿਆ ਵੀ ਮੇਰਾ ਤੇ ਐਡਵੋਕੇਟ ਜਨਰਲ ਵੀ ਮੇਰਾ। ਹੁਣ ਚੱਟੋਪਾਧਿਆ ਦੇ ਬਾਰੇ ਪੀਓ ਨਾਲ ਬਹਿ ਕੇ ਗੱਲਾਂ ਦੀ ਆਡੀਓ ਸਾਹਮਣੇ ਆਈ ਆ, ਤੇ ਹੁਣ ਵੀ ਸਿੱਧੂ ਸਾਹਿਬ ਕਹਿੰਦੇ ਕਿ ਉਹ ਚੱਟੋਪਾਧਿਆ, ਉਹਦਾ ਜਿਹੜਾ ਚੱਟੋਪਾਧਿਆ ਬੇਅਦਬੀ ਸ੍ਰੀ ਅੰਮ੍ਰਿਤਸਰ ਸਾਹਿਬ ਹੋਈ, ਉਹਦੇ ਕਲਪ੍ਰਿਟਸ ਨੂੰ ਨਹੀਂ ਲੱਭ ਸਕਿਆ। ਕੀ ਸਿੱਧੂ ਸਾਹਿਬ ਹਲੇ ਵੀ ਕਹਿੰਦੇ ਆ ਕਿ ਉਹੀ ਚੱਟੋਪਾਧਿਆ ਉਹਨਾਂ ਦਾ? ਜਿਹੜਾ ਚੱਟੋਪਾਧਿਆ ਇਹ ਗੱਲ ਕਵੇ ਕਿ ਹਾਂ ਪਾਕਿਸਤਾਨ ਤੋਂ ਜਿਹੜਾ ਅਸਲਾ ਆਊ, RDX ਆਊ, ਵੈਪਨਸ ਆਉਣਗੇ, ਔਰ ਉਹਨਾਂ ਬੰਦਿਆਂ ਨੂੰ ਉਹਨਾਂ ਬਾਰੇ ਜਾਣਕਾਰੀ ਵੀ, ਔਰ ਪ੍ਰਧਾਨ ਮੰਤਰੀ ਦੀ ਅੱਖਾਂ ਨੂੰ ਖੋਲਣ ਦੀ ਗੱਲ ਕਰ ਰਹੇ ਆ। ਇੱਕ ਪੀਓ ਦੇ ਆਖੇ ਪੁਲਿਸ ਵਾਲਿਆਂ ਦੀ ਬਦਲੀ ਹੋ ਰਹੀ ਹੈ ਕਿ ਉਹ ਚੱਟੋਪਾਧਿਆ ਵੀ ਹੁਣ ਸਿੱਧੂ ਸਾਹਿਬ ਕਹਿਣਗੇ ਕਿ ਮੇਰਾ। ਇਸ ਲਈ ਅੱਜ ਲੜਾਈ ਇਹ ਸੱਚਾਈ ਦੀ ਲੜਾਈ ਹੈ, ਔਰ ਬਿਲਕੁਲ ਸਮਰਪਿਤ ਹਾਂ। ਔਰ ਜੋ ਫੈਸਲਾ ਹੋਊਗਾ ਉਹਨੂੰ ਖੁਸ਼ੀ ਖੁਸ਼ੀ ਸਿਰ ਮੱਥੇ ਪ੍ਰਵਾਨ ਵੀ ਕਰਾਂਗਾ, ਔਰ ਠੋਕ ਕੇ ਸੇਵਾ ਕਰਦਾ ਰਹਾਂਗਾ। ਹਾਂਜੀ ਹਾਂਜੀ, ਸਿੱਧੂ ਨੂੰ ਕਿੰਨੇ ਕੁ ਮਾਰਜਨ ਨਾਲ ਹਰਾਉਣ ਦਾ ਟਾਰਗੇਟ ਰੱਖਿਆ ਅਕਾਲੀ ਦਲ? ਇਹ ਟਾਰਗੇਟ ਤੁਹਾਨੂੰ ਛੱਡਿਆ ਜੀ, ਗੁਰੂ ਦੀ ਸੰਗਤ ਨੂੰ ਦਿੱਤਾ। ਆਪਾਂ ਤਾਂ ਨੱਕ ਗੋਡੇ ਰੱਬ ਦੇ ਚਰਨਾਂ 'ਚ ਰਗੜਾਂਗੇ ਤੇ ਗੁਰੂ ਲੋਕਾਂ ਦੇ ਚਰਨਾਂ 'ਚ ਰਗੜਾਂਗੇ। ਉਹ ਮਾਲਕ ਨੇ ਜੀ ਫੈਸਲਾ ਉਹਨਾਂ ਦਾ, ਮੇਰਾ ਕੋਈ ਫੈਸਲਾ ਨਹੀਂ। ਔਰ ਮੈਂ ਇਮਾਨਦਾਰੀ ਨਾਲ ਕਹਿ ਰਿਹਾ, ਜੇ ਤੁਸੀਂ ਪੋਲੀਟੀਕਲ ਕੈਲਕੂਲੇਸ਼ਨਾਂ 'ਚ ਪੈ ਜਾਓ ਫਿਰ ਇਹ ਹਿੰਮਤ ਕਿਸੇ 'ਚ ਨਹੀਂ।
ਗੁਰਦਾ ਚਾਹੀਦਾ, ਹਿੰਮਤ ਚਾਹੀਦੀ ਹੈ, ਗਟਸ ਆਫ ਸਟੀਲ ਚਾਹੀਦੀਆਂ ਨੇ। ਇਹ ਮੈਨੂੰ ਜਿਹੜੇ ਇਹ ਮੈਨੂੰ ਚੁਣੌਤੀਆਂ ਦਿੰਦੇ ਸੀ ਨਾ, ਫਿਰ ਆ ਜਾਂਦੇ ਮਜੀਠੇ। ਮਗਰ ਗੱਲ ਚੁਣੌਤੀ ਦੀ ਨਹੀਂ, ਮੈਂ ਬਾਰ-ਬਾਰ ਰਿਪੀਟ ਕਰਦਾ, ਗੱਲ ਪਿਆਰ ਦੀ ਹੈ, ਗੱਲ ਵਿਸ਼ਵਾਸ ਦੀ ਹੈ, ਗੱਲ ਦਿਲ ਜਿੱਤਣ ਦੀ ਹੈ, ਔਰ ਗੱਲ ਅਹੰਕਾਰ ਨੂੰ ਤੋੜਨ ਦੀ ਹੈ। ਨਾਰਾਜ਼ ਹੋਏ ਸਿੱਧੂ ਸਾਹਿਬ। Sidhu has won this seat because it is a Congress-dominated seat with a convincing margin. What vision are you taking along in Amritsar East? So Paul Saab, I know very well that this constituency is a constituency which is Congress dominated. Magar hun ladai is not about which party dominates. ਇਹ ਲੜਾਈ ਹੈ ਅੰਮ੍ਰਿਤਸਰ ਈਸਟ ਦੇ ਲੋਕਾਂ ਦੀ। ਇਹ ਲੜਾਈ ਹੈ ਅੰਮ੍ਰਿਤਸਰ ਈਸਟ ਹਲਕੇ ਦੇ ਲੋਕਾਂ ਦੇ ਭਲਾਈ ਦੀ। ਇਹ ਲੜਾਈ ਹੈ ਕਿਵੇਂ ਉਹਨਾਂ ਨੂੰ 18 ਸਾਲ 10 ਸਾਲ MLA ਦੇ ਰੂਪ 'ਚ ਔਰ 8 ਸਾਲ ਇੱਕ MP ਦੇ ਰੂਪ 'ਚ ਇਸ ਹਲਕੇ ਦੇ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਤੇ ਮਿਸਿਸ ਸਿੱਧੂ ਨੇ ਚੀਟ ਕੀਤਾ। I want to ask them simple, ਕਿੱਥੇ ਗਏ ਉਹ ਸਾਰੇ ਵਾਅਦੇ? ਕਿੱਥੇ ਆ ਉਹ ਕ੍ਰਿਕਟ ਸਪੋਰਟਸ ਫੈਸਿਲਿਟੀ? ਉਹ ਸਪੋਰਟਸ ਹੱਬ ਕਿੱਥੇ ਆ? ਤੁਹਾਡੇ ਤੋਂ ਨਹੀਂ ਬਣਾਇਆ ਗਿਆ। ROB ਕਿੱਥੇ ਨੇ? ਵੱਲਾ ਸਬਜ਼ੀ ਮੰਡੀ ਦਾ ਕੀ ਹੋਇਆ? ਜੋੜੇ ਫਾਟਕ ਦੇ ROB ਦਾ ਕੀ ਹੋਇਆ? ਘਰ ਘਰ ਤੁਸੀਂ ਹਲਕੇ 'ਚ ਫਿਰੋ, ਤੁਹਾਨੂੰ ਹੈਰਾਨਗੀ ਹੋਊਗੀ ਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਹਲਕਾ ਇਹ ਜਿਹਾ। ਮੈਂ ਤਾਂ ਜੀ ਕਰਦਾ ਬੱਸਾਂ ਲਾ ਕੇ ਦੇਵਾਂ 117 ਹਲਕਿਆਂ 'ਚ, ਨਹੀਂ ਤਾਂ ਚੋਣ ਕਮਿਸ਼ਨ ਮੇਰੇ ਖਰਚੇ 'ਚ ਨਾ ਪਾ ਦੇਵੇ ਕਿ ਵੇਖ ਕੇ ਜਾਓ। ਇਹ ਪ੍ਰਧਾਨ ਦੀ ਪਹਿਚਾਣ ਹੈ ਕਾਂਗਰਸ ਦੀ, ਇਹ ਕਾਂਗਰਸ ਦੀ ਅਸਲ ਚਿਹਰਾ ਹੈ। ਇਹਨਾਂ ਨੇ ਤਾਂ ਕੁਝ ਨਹੀਂ ਕੀਤਾ, ਮੈਂ ਕਰਕੇ ਵਿਖਾਊਂਗਾ। ਆਈ ਵਿਲ ਡਿਲੀਵਰ ਔਨ ਆਲ ਪ੍ਰੋਮਿਸਿਸ। ਮੇਰੀ ਇਹ ਉਮੀਦ ਹੈ ਸਭ ਤੋਂ ਪਹਿਲਾਂ, ਬਿਕੋਜ਼ ਮੰਡੀ ਇਟਸ ਅ ਬਿਗ ਮੰਡੀ, ਉਸ ਮੰਡੀ ਨੂੰ ਸਭ ਤੋਂ ਵਧੀਆ ਸਹੂਲਤਾਂ ਦੇ ਕੇ ਵਰਲਡ ਕਲਾਸ ਮੰਡੀ ਬਣਾਉਣਾ ਇੱਕ ਟਾਰਗੇਟ ਹੈ। ਘਰ ਘਰ ਵਧੀਆ ਪਾਣੀ, ਸੀਵਰੇਜ, ਸੜਕ ਪਹੁੰਚਾਉਣੀ ਦੂਜਾ ਟਾਰਗੇਟ ਹੈ। ਬਿਜਲੀ ਦੀਆਂ ਤਾਰਾਂ ਰੈਜ਼ੀਡੈਂਸ਼ੀਅਲ ਏਰੀਏ 'ਚੋਂ ਬਾਹਰ ਕਰਨੀਆਂ ਔਰ ਸਹੀ ਬਿਜਲੀ ਦਾ ਪ੍ਰਬੰਧ ਕਰਨਾ ਚੌਥਾ ਟਾਰਗੇਟ ਹੈ। ਫੋਕਲ ਪੁਆਇੰਟ ਨੂੰ ਇੰਡਸਟਰੀ ਨੂੰ, ਕਿਉਂਕਿ ਉੱਥੇ ਕਈ ਫੋਕਲ ਪੁਆਇੰਟ ਹੈ, ਉਸ ਇੰਡਸਟਰੀ ਦੀ ਰਿਵਾਈਵਲ ਵਾਸਤੇ ਇੰਡਸਟਰੀ ਲੌਬੀ ਨਾਲ ਬਹਿ ਕੇ ਉਹ ਜੋ ਕੁਝ ਵੀ ਫੋਕਲ ਪੁਆਇੰਟਸ ਦੀ ਸਹੂਲਤ ਹੈ ਉਹ ਦੇਣੀ। ROBs, ਰੇਲਵੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਜੋ ਲੰਮੇ ਸਮੇਂ ਤੋਂ ਪ੍ਰੋਮਿਸ ਕੀਤੇ ਜਾ ਰਹੇ, ਨਹੀਂ ਡਿਲੀਵਰ ਕੀਤੇ ਜਾ ਰਹੇ, ਉਹ ਅਖੀਰ 'ਚ ਬਣਾਉਣੇ ਬੜੇ ਜ਼ਰੂਰੀ। ਔਰ ਨਾਲ ਹੀ ਮੈਂ ਸਮਝਦਾ ਕਿ ਮੇਰਾ ਇਹ ਸੁਪਨਾ ਹੈ ਕਿ ਜੇ ਅੰਮ੍ਰਿਤਸਰ ਤੋਂ ਜਿਹੜਾ ਟ੍ਰੇਡ ਹੱਬ ਸੀ ਉਹ ਟ੍ਰੇਡ ਦੁਬਾਰ ਤੋਂ ਚੱਲੇ ਔਰ ਨਾਲ ਹੀ ਇੱਥੇ ਕ੍ਰਿਕਟ ਦਾ IPL ਲੈਵਲ ਦੇ ਮੈਚਸ ਹੋਣ। ਜੋ ਤੁਸੀਂ ਵੇਖੋ ਮੋਹਾਲੀ ਦਾ ਅੱਜ ਵੱਡਾ ਡਿਵੈਲਪਮੈਂਟ ਦਾ ਕਾਰਨ ਕੀ ਬਣਿਆ? ਜਦੋਂ ਉੱਥੇ ਕ੍ਰਿਕਟ ਸਟੇਡੀਅਮ ਆਇਆ, 에ਅਰਪੋਰਟ ਆਇਆ, ਮੋਹਾਲੀ ਵਾਸ ਪੁੱਟ ਔਨ ਦਾ ਗਲੋਬਲ ਮੈਪ। ਸ਼ਹੀਦ ਅਜੀਤ ਸਿੰਘ ਨਗਰ ਬਿਕੇਮ ਵੈਰੀ ਫੇਮਸ। ਠੀਕ ਹੈ, ਸਾਹਿਬਜ਼ਾਦਿਆਂ ਦੇ ਨਾਂ ਕਰਕੇ ਵੀ ਫੇਮਸ ਸੀ, ਮਗਰ ਜਦੋਂ ਇਹ ਚੀਜ਼ਾਂ ਉੱਥੇ ਲੋਕ ਆਉਂਦੇ ਸੀ ਦੁਨੀਆ ਤੋਂ ਦੂਰ ਕੋਨੇ-ਕੋਨੇ ਤੋਂ ਮੈਚਸ ਵੇਖਣ, ਇੱਕ ਇੰਡਸਟਰੀ ਬੂਸਟ ਮਿਲਿਆ, ਹੋਟਲ ਨੂੰ ਬੂਸਟ ਮਿਲਿਆ। ਸੋ ਹੋਟਲ ਇੰਡਸਟਰੀ ਜਿਹੜਾ ਅੱਜ ਸਿਰਫ ਤੇ ਸਿਰਫ ਰਿਲੀਜੀਅਸ ਟੂਰਿਜ਼ਮ ਤੇ ਡਿਪੈਂਡੈਂਟ ਹੈ, ਉਹਨੂੰ ਗਾਂ ਇਹ ਜਿਹਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਕੇ ਜਿਹਦੇ ਨਾਲ ਕ੍ਰਿਕਟ, ਬਿਕੋਜ਼ ਕ੍ਰਿਕਟ ਇਟਸੈਲਫ ਇਜ਼ ਅ ਰਿਲੀਜਨ ਇਨ ਇੰਡੀਆ, ਤੇ ਇਹ ਜੀ ਚੀਜ਼ਾਂ ਨੂੰ ਇਨਕਰੇਜ ਕਰਨਾ। ਠੀਕ ਹੈ, 5 ਸਾਲ 'ਚ ਵੀ ਵਿਲ ਸੈਟ ਦ ਬਾਲ ਰੋਲਿੰਗ ਐਂਡ ਵੀ ਵਿਲ ਅਚੀਵ ਅ ਲੋਟ ਔਨ ਇਟ। ਇਹ ਮੇਰਾ ਫੁੱਲ ਟਾਰਗੇਟ ਹੈ ਵਿਚ ਆਈ ਵਾਂਟ ਟੂ ਸੈਟ ਆਊਟ ਟੂ ਅਚੀਵ। ਉਹਨਾਂ ਦੀ ਐਕਸਕਿਊਜ਼ ਇਹ ਰਹਿੰਦੀ ਹੈ ਕਿ ਫਰਮ ਟਾਈਮ ਟੂ ਟਾਈਮ ਦ ਟਾਪ ਲੀਡਰਸ਼ਿਪ ਵੈਦਰ ਇਨ ਸ਼੍ਰੋਮਣੀ ਅਕਾਲੀ ਦਲ, BJP or Congress, they were not being cooperated with their and they also protested against it. So how do you take it as? ਸੋ ਪੌਲ ਜੀ, ਮੈਨੂੰ ਸਿੱਧੂ ਸਾਹਿਬ ਦਾ ਨਾ, ਮੈਨੂੰ ਤੁਸੀਂ ਇੱਕ ਇਨਸਾਈਕਲੋਪੀਡੀਆ ਸਮਝ ਲਓ। ਇਹ ਤੁਹਾਨੂੰ ਸਭ ਨੂੰ ਤਾਂ ਚਾਰ ਸਕਦੇ ਆ, ਮੈਨੂੰ ਨਹੀਂ ਚਾਰ ਸਕਦੇ। 2007 ਤੇ 12 ਤੱਕ ਉਹਨਾਂ ਦੀ ਪੂਰੀ ਬਣੀ ਹੈ।
ਔਰ ਬਣਨ ਦਾ ਕਾਰਨ ਮੈਂ ਦੱਸ ਹੀ ਦੇਣਾ, ਐਗਜ਼ਾਮਪਲ ਦੇ ਦੇਣਾ। ਜੇ ਨਾ ਬਣਦੀ ਹੁੰਦੀ ਤੇ 12 ਚ ਉਹਨਾਂ ਦੀ ਘਰ ਦੀ ਇਸੇ ਹਲਕੇ ਚੋਂ MLA ਜਦ ਬਣਦੀ ਹੈ, ਹਲਕਾ ਸ਼੍ਰੋਮਣੀ ਅਕਾਲੀ ਦਲ ਦਾ ਸੀ, ਆਹ ਬੰਦਾ ਟਿਕਟ ਮੰਗਦਾ ਸੀ। ਉਪਕਾਰ ਸੰਧੂ ਕਿੱਥੇ ਜੀ? ਉਹ ਚਲੇ ਗਏ, ਉਹ ਟਿਕਟ ਮੰਗਦੇ ਸੀ। ਇਹਨਾਂ ਦੋਵਾਂ ਦੀ ਟਿਕਟਾਂ ਤੋਂ ਮਾਫੀ ਮੰਗ ਕੇ ਹਲਕਾ ਭਾਜਪਾ ਨੂੰ ਦਿੱਤਾ ਤੇ ਆ ਬਟਾਲਾ ਲਿਆ। ਸੋ ਜੇ ਨਹੀਂ ਬਣਦੀ ਸੀ, ਹਾਲਾਤ ਨਾ ਪੈਦਾ ਹੁੰਦੇ। ਛੋਟਾ ਵੀਰ, ਵੱਡਾ ਵੀਰ, ਭਾਜੀ ਸੁਖਬੀਰ, ਇਹ ਸਭ ਉਦੋਂ ਦੀਆਂ ਗੱਲਾਂ ਨੇ। ਮਗਰ ਸਿੱਧੂ ਸਾਹਿਬ ਵਾਸਤੇ ਔਰ 17 ਤੱਕ ਉਹ ਸਾਡੇ ਨਾਲ ਰਹੇ। 16 ਨਵੰਬਰ ਜਾਂ ਦਸੰਬਰ 'ਚ ਉਹ ਸਾਨੂੰ ਛੱਡਦੇ ਆ। ਫਿਰ ਉਹਨਾਂ ਨੇ ਕੈਪਟਨ ਸਾਹਿਬ ਕੋਲ ਚਲੇ ਗਏ। ਸਾਡੀ ਸਰਕਾਰ ਤਾਂ ਚਲੇ ਗਈ, ਮਗਰ ਸਿੱਧੂ ਸਾਹਿਬ ਤਾਂ ਕਦੇ ਆਊਟ ਆਫ ਪਾਵਰ ਹੋਏ ਨਹੀਂ। ਉਹਨਾਂ ਦੀ ਲੜਾਈ ਹਲਕੇ ਦੀ ਤਰੱਕੀ ਨਹੀਂ, ਉਹਨਾਂ ਦੀ ਲੜਾਈ ਆਪਣੀ ਕੁਰਸੀ ਆ। ਇਟ ਇਜ਼ ਅਬਾਊਟ ਹਿਮਸੈਲਫ। ਮੈਂ ਜਿਹੜੀ ਉਹ ਗੱਲ ਕਰਦੇ ਆ ਨਾ, ਉਹ ਮੈਂ ਦੀ ਲੜਾਈ ਆ ਉਹਨਾਂ ਦੀ। ਇਟਸ ਆਲ ਅਬਾਊਟ ਮੀ ਐਂਡ ਨਾਟ ਦਾ ਹਲਕਾ। ਯਾਰ ਕੁਰਸੀ ਤੁਹਾਨੂੰ ਇੱਕ ਮਿਲੇ ਨਾ ਮਿਲੇ, ਤੁਸੀਂ ਹਲਕੇ ਲਈ ਕੀ ਕੀਤਾ ਉਹਦੀ ਗੱਲ ਤੇ ਆਓ। ਬਿਕਰਮ ਜੀ, ਇੰਨੇ ਜ਼ਿਆਦਾ ਪੋਲੀਟੀਸ਼ੀਅਨਸ ਨੇ, 5-5 ਪਾਰਟੀਆਂ ਨੇ, ਤੁਹਾਡੇ ਨਾਲ ਹੀ ਇਦਾਂ ਕਿਉਂ ਹੈਗਾ ਕਿ ਤੁਹਾਡੇ ਖਿਲਾਫ ਹੀ ਖੁੰਦ ਕੱਢੀ? ਕੁਛ ਤੇਰੇ ਕਰਕੇ ਵੀ ਆ ਮੇਰਾ ਵੀਰ। ਤੂੰ ਸਵਾਲ ਇਹ ਸਾਰੀਆਂ ਖਬਰਾਂ ਸਵਾਲ ਜਦ ਇਹ ਜੇ ਕਰਦਾ ਜਾ ਕੇ ਦੇਖੋ। ਔਰ ਮੈਂ ਆਪ ਦੀ ਭੈਣ ਨੂੰ ਵੀ ਧੰਨਵਾਦ ਕਰਨਾ ਚਾਹੁੰਦਾ, ਨਵਜੋਤ ਕੌਰ ਸਿੱਧੂ ਨੂੰ। ਮੈਨੂੰ ਲੱਗਦਾ ਤੇਰਾ ਹੀ ਸਵਾਲ ਸੀ ਕਿ ਜੀ ਮਜੀਠੀਆ ਤੁਹਾਡੇ ਖਿਲਾਫ ਆ ਗਿਆ, ਹੁਣ ਦੱਸੋ ਕੀ ਬਣੂ। ਕਹਿੰਦੀ ਮਜੀਠੀਆ ਤਾਂ ਅੰਦਰ ਹੋ ਜਾਣਾ, ਜੇਲ੍ਹ ਚੋਂ ਲੜੂਗਾ ਇਲੈਕਸ਼ਨ, ਪਹਿਲਾਂ ਬਾਹਰ ਤਾਂ ਆ ਜਾਏ। ਲੋ ਭੈਣ ਜੀ, ਮਜੀਠੀਆ ਤੁਹਾਡੀ ਦੁਆਵਾਂ ਸਦਕੇ ਬਾਹਰ ਵੀ ਆ ਗਿਆ। ਹੁਣ ਤੁਸੀਂ ਕਿਰਪਾ ਕਰਿਓ। ਉਹਨਾਂ ਨੇ ਕਿਹਾ ਸੀ ਜ਼ਮਾਨਤ ਵੀ ਰੱਦ ਹੋਣੀ ਤੇ ਜ਼ਬਤ ਵੀ ਹੋਣੀ। ਚਲੋ ਠੀਕ ਹੈ ਜੀ। ਇਹ ਮੈਨੂੰ ਲੱਗਦਾ ਉਹ ਨਾਲ ਗੱਲ ਕਰਦੇ ਆ ਕਿ ਜ਼ਮਾਨਤ ਵੀ ਜ਼ਬਤ ਹੋਣੀ ਹੈ ਤੇ ਕੰਮ ਖਰਾਬ ਵੀ ਹੋਣਾ, ਉਹਦਾ ਹੋਣਾ ਜਿਹਨੇ ਹਲਕੇ ਦਾ ਕੁਝ ਕੀਤਾ ਨਹੀਂ। ਔਰ ਮੈਨੂੰ ਆਸ ਹੈ ਕਿ ਨਵਜੋਤ ਕੌਰ ਸਿੱਧੂ, ਨਵਜੋਤ ਸਿੰਘ ਸਿੱਧੂ ਨੂੰ ਨਹੀਂ, ਐਤਕੀ ਬਿਕਰਮ ਸਿੰਘ ਮਜੀਠੀਆ ਤੱਕੜੀ ਨੂੰ ਵੋਟ ਦਊ। ਮਜੀਠੀਆ ਸਾਹਿਬ ਤੁਹਾਡਾ ਮੈਟਰ ਜਿਹੜਾ ਸਬ ਜੁਡਿਸ ਆ, ਤੁਹਾਡਾ ਮੈਟਰ ਸਬ ਜੁਡਿਸ ਆ, ਤੁਹਾਨੂੰ ਬੇਲ ਵੀ ਮਿਲੀ ਤੇ ਉਸ ਦੇ ਬਾਵਜੂਦ ਹੁਣ ਕੋਰਟ ਨੇ, ਸੁਪਰੀਮ ਕੋਰਟ ਨੇ ਟਿੱਪਣੀਆਂ ਵੀ ਕੀਤੀਆਂ। ਉਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਵੱਲੋਂ ਸਿੱਧੇ ਵਰਡਸ ਤੁਹਾਡੇ ਵਾਸਤੇ ਯੂਜ਼ ਕੀਤੇ ਜਾ ਰਹੇ ਨੇ। ਤਸਕਰ ਦਾ ਕਹਿ ਦਿੱਤਾ ਜਾਂਦਾ, ਸਾਰਾ ਕੁਝ ਕਹਿ ਦਿੱਤਾ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਕੀ ਦੇਖਣਾ ਮੇਰਾ ਵੀਰ, ਮੈਂ ਕੀ ਦੇਖਣਾ? ਮੈਂ ਤਾਂ ਫੋਟੋ ਵਿਖਾਉਣੀ ਕੱਲੀ। ਇਹ ਉਹਨਾਂ ਸਮੇਂ ਦੀਆਂ ਫੋਟੋਆਂ ਨੇ। ਦੇਖੋ ਇੱਕ ਬੰਦਾ, ਉਹ ਚਲੋ ਤੁਸੀਂ ਸਵਾਦ ਨਾ ਲਿਓ ਜ਼ਿਆਦਾ। ਦੇਖੋ ਫਰੇਮ 'ਚ ਤਾਂ ਵੈਸੇ ਵੀ ਲਿਆਉਣੀ ਤੁਸੀਂ। ਇਹ ਮੈਂ ਫੋਟੋ ਤਾਂ ਵਿਖਾ ਰਿਹਾ ਕਿਉਂਕਿ ਇਹ ਉਹਨਾਂ ਸਮਿਆਂ ਦੀ ਫੋਟੋ ਹੈ, 2007 ਤੇ 14 ਦੀਆਂ। ਠੀਕ ਹੈ ਨਾ? ਸੋ ਅੱਜ ਤਾਂ ਉਹਨਾਂ ਦੀ ਸਿਆਸੀ ਮਜਬੂਰੀ ਹੈ ਮਜੀਠੀਏ ਨੂੰ 100 ਪੁੱਠੇ ਸਿੱਧੇ ਲਫ਼ਜ਼ ਕਹਿੰਦੇ। ਮਗਰ ਮੈਂ ਅੱਜ ਵੀ ਸਿੱਧੂ ਸਾਹਿਬ ਦੀ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਵੀ ਸਮਤ ਬਖਸ਼ੇ, ਇਹਨਾਂ ਨੂੰ ਠਰਮਾ ਬਖਸ਼ੇ ਔਰ ਇਹ ਲੋਕਾਂ ਨੂੰ ਪਿਆਰ ਕਰਨ ਦੀ ਇਹਨਾਂ ਨੂੰ ਹਿੰਮਤ ਬਖਸ਼ੇ। ਮਗਰ ਇੱਕ ਮੈਨੂੰ ਲੋਕ ਵਧਾਈ ਵੀ ਦਿੰਦੇ ਆ ਅੰਮ੍ਰਿਤਸਰ ਈਸਟ ਵਾਲੇ। ਇੱਕ ਗੱਲ ਹੈ, ਕਹਿੰਦਾ ਤੇਰੇ ਆਏ ਕਰਕੇ ਉਹਨਾਂ ਦੇ ਦਰਸ਼ਨ ਹੋਣ ਲੱਗ ਗਏ ਆ, ਨਹੀਂ ਤਾਂ ਕਹਿੰਦਾ ਦਰਸ਼ਨ ਹੀ ਨਹੀਂ ਹੁੰਦੇ ਸੀ, ਲੱਭਦਾ ਹੀ ਨਹੀਂ ਸੀ। ਦਰਸ਼ਨ ਵੀ ਕਰਾਉਂ ਔਰ ਪਿਆਰ ਨਾਲ ਗੱਲ ਕਰਨਾ ਵੀ ਸਿਖਾਓ। ਪਰ ਅਸੀਂ ਬੜੀ ਦੇਰ ਹੋ ਗਈ ਸਾਨੂੰ ਸਾਰਿਆਂ ਨੂੰ ਰਿਪੋਰਟਿੰਗ ਕਰਦੇ ਹਾਂ ਜੀ। ਇੱਕ ਚੀਜ਼ ਅਸੀਂ ਆਬਜ਼ਰਵ ਕੀਤੀ ਹੈ ਜਿਹੜੀ ਕਿ ਜਿੰਨੇ ਪੋਲਿਟਿਕਸ ਦੀਆਂ ਪੌੜੀਆਂ ਚੜ੍ਹਨੀਆਂ ਵਾ, ਉੱਪਰ ਜਾਣਾ ਵਾ, ਮਜੀਠੀਆ ਨੂੰ ਗਾਲਾਂ ਕੱਢ ਲਓ, ਅਕਾਲੀ ਦਲ ਨੂੰ ਗਾਲਾਂ ਕੱਢ ਲਓ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਕਿ ਇਹ ਕੀ ਚੱਕਰ ਹੈ? ਗਾਲਾਂ ਕੱਢ ਕੇ ਜੇ ਉਹਨਾਂ ਨੂੰ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਭਰਾ ਮੈਨੂੰ ਕੀ ਪ੍ਰੋਬਲਮ? ਦੇਖੋ ਬੰਦੇ ਨੂੰ ਖੁਸ਼ ਹੋਣਾ ਚਾਹੀਦਾ। ਜੇ ਉਹਨਾਂ ਨੂੰ ਮੈਨੂੰ ਗਾਲਾਂ ਕੱਢੇ ਕਰ ਤੁਹਾਡੇ ਆਲੇ ਦੁਆਲੇ ਘੁੰਮਦੀ ਆ, ਇਹ ਤੁਹਾਡੀ ਮਿਹਰਬਾਨੀ ਸਭ ਦੀ। ਟਾਰਗੇਟ ਕੀਤਾ ਜਾਂਦਾ, ਕਾਰਨ ਕੀ ਹੈ? ਇਹ ਮੇਰਾ ਵੀਰ ਕਿਹਨੇ ਕੀਤਾ? ਮੈਂ ਤੈਨੂੰ ਸਿੱਧੂ ਦੀ ਗੱਲ ਕਰੀਏ, ਉਹਨੇ ਕੀਤਾ ਕਿਉਂ? ਇੱਕ ਕੁਛ ਗੁੱਸਾ ਨਾ ਕਰਿਓ, ਕੁਛ ਤਾਂ ਤੁਹਾਡੇ ਚੋਂ 2-4 ਬੰਦੇ ਸਵਾਦ ਲੈਣ ਚਲੇ ਜਾਂਦੇ। ਇੰਨੀ ਗੱਲ ਹੋਈ ਨਹੀਂ ਹੁੰਦੀ ਜਿੰਨੀ ਕਹਿ ਦਿੰਦੇ। ਦੂਜੀ ਗੱਲ ਦੇਖੋ, ਆ ਮੇਰੇ ਤੇ ਕੇਸ ਦਰਜ ਹੋਇਆ, 4 ਬੰਦਿਆਂ ਦੇ ਬਿਆਨ ਦੇ ਸਿਵਾਏ ਹੋਰ ਵੀ ਦੱਸ ਦਿਓ ਨਾ ਕੀਦਾ। ਮੈਂ ਤਾਂ ਤੁਹਾਨੂੰ ਦੱਸ ਰਿਹਾ, ਮੈਨੂੰ ਤਾਂ ਕਈਆਂ ਨੇ ਫੋਨ ਕਰਕੇ ਕਿਹਾ। ਫਿਰ ਵੀ ਐਡੀ ਵੱਡੀ ਧਾਰਾ ਲੱਗਣੀ, ਪਰ ਆਖਰ ਮੇਰੇ ਨਾਲ ਕਈ ਕਾਂਗਰਸ ਲੀਡਰਸ, ਵੱਡੀ ਧਾਰਾ ਲੱਗਣੀ ਆਖਰ ਮੇਰੇ ਨਾਲ ਆਪ ਦੇ ਲੀਡਰਸ, ਬੀਜੇਪੀ ਦੇ ਲੀਡਰਸ, ਕ੍ਰਾਸ ਪਾਰਟੀ ਲਾਈਨ ਮੈਨੂੰ ਸਪੋਰਟ ਮਿਲੀ ਹੈ। ਐਂਡ ਆਈ ਐਮ ਸੇਇੰਗ ਦਿਸ ਇਲੈਕਸ਼ਨ ਇਜ਼ ਅਬਾਊਟ ਅੰਮ੍ਰਿਤਸਰ ਈਸਟ ਦਾ ਭਲਾ। ਇਟਸ ਅਬਾਊਟ ਇਹ ਨਫ਼ਰਤ ਦੀ ਰਾਜਨੀਤੀ ਨੂੰ ਖਤਮ ਕਰਨਾ, ਪਿਆਰ ਦੀ ਭਾਵਨਾ ਨੂੰ ਉਜਾਗਰ ਕਰਨਾ। ਇਹ ਗੱਲ ਉਹਦੀ ਹੈ। ਨਵਜੋਤ ਸਿੰਘ ਸਿੱਧੂ ਅਕਸਰ ਇਹ ਗੱਲ ਕਹਿੰਦੇ ਕਿ ਕਾਂਗਰਸ
ਇਸ ਨੂੰ ਸਿਰਫ ਕਾਂਗਰਸ ਹੀ ਹਰਾ ਸਕਦੀ ਹੈ। ਜਿਹੜੀ ਤੁਸੀਂ ਗੱਲ ਕਹੀ ਉਹਦੇ ਵਿੱਚੋਂ ਇਹ ਸਵਾਲ ਨਿਕਲਿਆ, ਕੀ ਤੁਹਾਨੂੰ ਲੱਗਦਾ ਕਿ ਇਸ ਲੜਾਈ ਦੇ ਵਿੱਚ ਕਾਂਗਰਸੀ ਵੀ ਤੁਹਾਡਾ ਸਾਥ ਦੇਣਗੇ, ਜਿਹੜੇ ਉਹਨਾਂ ਦੀ ਉਹ ਵਿਚਾਰਧਾਰਾ? ਭਰਾਵਾ ਲੋਕ ਨਾ ਪਹਿਲਾਂ ਲੋਕ ਹਲਕਾ ਤੇ ਫੇਰ ਕਾਂਗਰਸੀ ਭਾਜਪਾ ਜਾਂ ਆਪ ਲੋਕ ਚੰਗੇ ਬੰਦੇ ਦਾ ਸਾਥ ਦੇਣਗੇ ਤੇ ਜਿਹਦੇ ਲੱਛਣ ਮਾੜੇ ਆ ਉਹਦੇ ਆਪ ਦੇ ਵੀ ਨਹੀਂ ਦੇਣਗੇ। ਟੱਬਰ 'ਚ ਵੀ ਹੁੰਦਾ ਹੀ ਹੈ ਨਾ। ਹੁਣ ਪਰਿਵਾਰ ਦਾ ਵੀ ਪੂਰਾ ਸਾਥ ਤਾਂ ਨਹੀਂ ਨਾ ਮਿਲਦਾ, ਇਹਨਾਂ ਗੱਲਾਂ ਕਰਕੇ ਨਹੀਂ ਮਿਲਦਾ ਉਹਨਾਂ ਨੂੰ। ਪਹਿਲਾਂ ਹਰਕਤਾਂ ਸੁਧਾਰਨੀਆਂ ਪੈਣੀਆਂ, ਲੱਛਣ ਸੁਧਾਰਨੇ ਪੈਣੇ, ਬੋਲਬਾਲੀ ਸੁਧਾਰਨੀ ਪੈਣੀ ਹੈ, ਫਿਰ ਸਾਥ ਸਭ ਦਾ ਮਿਲ ਜੂ। 100% ਪਾਉਣਗੇ ਮੇਰਾ ਮੰਨਣਾ। ਜੇ ਉਸ ਦਿਨ ਬੀਬੀ ਨਵਜੋਤ ਕੌਰ ਸਿੱਧੂ ਜਿੱਦਣ ਜੇ ਉਹਨਾਂ ਨੇ ਪੰਜੇ ਨੂੰ ਵੋਟ ਪਾ ਵੀ ਦਿੱਤੀ ਨਾ ਤੇ ਦਿਲੋਂ ਨਹੀਂ ਪਊਗੀ, ਉਹਨਾਂ ਦਾ ਹੱਥ ਕੰਬੂਗਾ ਕਿ ਮੈਂ ਕਿਹੜੀ ਧੋਖਾ ਕਰਨ ਲੱਗੀ ਅੰਮ੍ਰਿਤਸਰ ਈਸਟ ਦੇ ਲੋਕਾਂ ਨਾਲ। ਫਿਰ ਈਸਟ ਹਲਕੇ ਦੇ ਵਿੱਚ ਤੁਹਾਡੇ ਵਾਸਤੇ ਨਵਾਂ ਰੰਧਾਵਾ ਜੀ ਦੇ ਸੁਪਰਵਿਜ਼ਨ 'ਚ ਕੰਮ ਚੱਲ ਰਿਹਾ, ਲੇਕਿਨ ਇਹ ਕਿਹਾ ਜਾ ਰਿਹਾ ਵੀ ਉਹਨਾਂ ਨਾਲ ਉਹ ਬੰਦੇ ਜਾ ਰਹੇ ਨੇ ਜਿਹੜੇ ਕਿ ਮਤਲਬ ਉਹਨਾਂ ਵਰਗੇ ਨੇ, ਯਾਨੀ ਕਿ ਬਦਮਾਸ਼। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਕਿਸ ਤਰ੍ਹਾਂ ਦਾ ਰਿਸਪੌਂਸ ਵੈਸੇ ਤੁਹਾਡੇ ਅਦਰਵਾਈਜ਼ ਤੁਹਾਡਾ ਇਹ ਦੇਖੋ ਕਿਹੜੇ ਬੰਦੇ ਜਾ ਰਹੇ ਆ ਰਹੇ ਆ, ਆਪਾਂ ਨਾ ਬਾਲਾ ਫਿਕਰ ਨਾ ਕਰੀਏ। ਬੰਦੇ ਅੰਮ੍ਰਿਤਸਰ ਈਸਟ ਦੇ ਵੋਟਰ ਨੇ, ਉਹਨਾਂ ਨੇ ਕਿਥੇ ਨਾ ਕਿਥੇ ਵੋਟ ਪਾਉਣੀ ਆ। ਸਭ ਬੰਦੇ ਚੰਗੇ ਆ। ਉਹ ਕਹਿੰਦਾ ਤੇਰੀ ਵੇਖਣ ਵਾਲੀ ਅੱਖ ਨਹੀਂ ਤੇ ਰੱਬ ਤੈਨੂੰ ਦਿੰਦਾ ਕੱਖ ਨਹੀਂ। ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਮਾੜਾ ਲੱਗਦਾ। ਜਦ ਤੱਕ ਤਾਂ ਤੁਹਾਡੇ ਸਾਥ ਰਵੇ ਸਿੱਧੂ ਸਾਹਿਬ ਨਾਲ ਉਦੋਂ ਚੰਗਾ, ਜਦੋਂ ਸਾਡੇ ਨਾਲ ਆ ਜਾਏ ਉਦੋਂ ਮਾੜਾ। ਇਸ ਲਈ ਬਾਹਲਾ ਇਹ ਗੱਲ ਦਿਲ ਨੂੰ ਨਾ ਲਾਓ। 20 ਤਰੀਕ ਨੂੰ ਸਪਸ਼ਟ ਹੋ ਜੂ ਕੌਣ ਕਿਹਦੇ ਨਾਲ ਹੈ ਤੇ ਕੌਣ ਕਿੱਥੇ। ਮੈਂ ਤਾਂ ਹਰ ਤਰੀਕੇ ਨਾਲ ਜਿੱਤੂਗਾ 20 ਤਰੀਕ ਨੂੰ, ਗੁਰੂ ਦੀ ਬਖਸ਼ਿਸ਼ ਨਾਲ। ਦਿਲ ਵੀ ਜਿੱਤੂਗਾ, ਪਿਆਰ ਵੀ ਜਿੱਤੂਗਾ, ਹਰ ਤਰੀਕੇ ਨਾਲ। ਰੱਬ ਨੂੰ ਮੈਨੂੰ ਵਿਸ਼ਵਾਸ ਹੈ, ਰੱਬ ਤੇ, ਸੱਚੇ ਪਾਤਸ਼ਾਹ ਤੇ ਔਰ ਲੋਕਾਂ ਤੇ, ਕਿ ਜਿੱਤ ਕੇ ਨਿਕਲਾਂਗੇ, ਜਿਹੜੇ ਮਰਜ਼ੀ ਰੂਪ ਚ ਜਿੱਤ ਕੇ। ਬੋਲੇ ਸੋ ਨਿਹਾਲ ਚੜ੍ਹਦੀ ਕਲਾ। ਨੂੰ ਹੱਸਣਾ ਸਿਖਾਉਣਾ ਜੀ ਐਤਕੀ ਤੁਸੀਂ ਹਰਾਤਾ ਤੇ ਉਹਦੇ ਹੋਰ ਉਦਾਸ ਹੋ ਜਾਊਗਾ। ਹੱਸਣਾ ਸਿਖਾਵਾਂਗੇ। ਦੇਖੋ ਕਈ ਚੀਜ਼ਾਂ ਉਹਨਾਂ ਦੇ ਮਾਪਿਆਂ ਨੇ ਵੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਿਖਾਉਣ ਦੀ, ਨਹੀਂ ਸਿਖਾ ਪਵੇ। ਅਸੀਂ ਵੀ ਕੋਸ਼ਿਸ਼ ਹੀ ਕਰ ਸਕਦੇ ਨਾ, ਤੁਸੀਂ ਵੀ ਕੋਸ਼ਿਸ਼ ਕਰਦੇ, ਕੋਸ਼ਿਸ਼ ਕਰਾਂਗੇ। ਹਾਂਜੀ 25 ਲੱਖ ਰੁਪਏ 1 ਘੰਟੇ ਦਾ ਲੈਂਦਾ, ਭਾਵੇਂ ਹੱਸਣ ਦੇ ਹੀ ਲੈਂਦੇ ਹੁਣ ਸਿੱਧੂ ਸਾਹਿਬ, ਤੇ ਉਹ ਛੱਡ ਫ੍ਰੀ ਚ ਸਾਦਾ। ਵੇਖੋ ਕਪਿਲ ਸ਼ਰਮਾ ਸ਼ੋਅ ਤੇ ਜਾ ਕੇ ਪੈਸੇ ਲੈ ਕੇ ਹੱਸਦੇ ਸੀ, ਅਸੀਂ ਮੁਫਤ 'ਚ ਹੱਸਣਾ ਸਿਖਾਵਾਂਗੇ। ਪਿਆਰ ਦੇ ਕੇ ਹੱਸਣਾ ਸਿਖਾਵਾਂਗੇ। ਕਮਰਸ਼ੀਅਲ ਹਾਸਾ ਨਹੀਂ ਹੋਊ, ਇਹ ਦਿਲੋਂ ਹੱਸਣਾ ਸਿਖਾਵਾਂਗੇ। ਰੋਣਾ ਵੀ ਦਿਲੋਂ ਸਿਖਾਵਾਂਗੇ ਤੇ ਹੱਸਣਾ ਵੀ ਦਿਲੋਂ ਸਿਖਾਵਾਂਗੇ, ਮਗਰ ਗੱਲ ਦਿਲ ਦੀ